ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਜੂਨ 84 ਦੇ ਵਿੱਚ ਹੋਇਆ ਸੀ ਕਿ ਬਲੈਕ ਥੰਡਰ 1 ਤੇ ਬਲੈਕ ਥੰਡਰ 2 ਨੂੰ ਕਿੱਦਾਂ ਹੈਂਡਲ ਕੀਤਾ ਗਿਆ, ਕਿੱਦਾਂ ਟੈਕਲ ਕੀਤਾ ਗਿਆ ਤੇ ਇੱਕ ਵੱਡਾ ਕਹਿ ਲਓ ਵੀ ਬਲੂ ਸਟਾਰ ਹੋਣ ਤੋਂ ਬਚ ਗਿਆ ਸੀ। ਪੁਲਿਸ ਸਟ੍ਰੈਟਜੀ ਕੀ ਬਣੀ ਸੀ ਵੀ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਏਗਾ, ਕਿੱਦਾਂ ਇਹਨਾਂ ਨੂੰ ਕੰਟਰੋਲ ਕਰਨਾ ਹੈ, ਐਨਕਾਊਂਟਰ ਕਰਨੇ ਆ ਨਹੀਂ ਕਰਨੇ, ਉਹ ਸਾਰਾ ਮਾਹੌਲ ਕੀ ਸੀ? ਸਰਕਾਰ ਦਾ ਈਵਨ ਦਿੱਲੀ ਸਰਕਾਰ ਦਾ ਸੀ ਵੀ ਹੈਂਡਲ ਇਟ ਵਿਦ ਕੇਅਰ। ਜਦੋਂ ਤੱਕ ਕੋਈ ਕਿਸੇ ਨੂੰ ਮਾਰਦਾ ਨਹੀਂ ਉਨੀ ਦੇਰ ਤੱਕ ਤੁਸੀਂ ਇੰਟਰਫੇਅਰ ਨਹੀਂ ਕਰਨਾ। ਅਸਾਂ ਅੰਦਰ ਮਿਲੀਟੈਂਟ ਸਨ, ਸਰਕਾਰ ਅੰਦਰ ਵੜਨਾ ਨਹੀਂ ਸੀ ਚਾਹੁੰਦੀ। ਅੱਛਾ, ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਦੇਖੋ ਹੁਣ ਪੰਥਕ ਕਮੇਟੀ ਆ ਗਈ ਹੈ ਤੇ ਕਾਫੀ ਐਗਰੈਸਿਵ ਡਿਸੀਜ਼ਨ ਲਏ ਜਾਣਗੇ ਤੇ ਜਿਹਦੇ ਲਈ ਸਾਨੂੰ ਬੜਾ ਅਲਰਟ ਰਹਿਣ ਦੀ ਲੋੜ ਹੈ। ਤੇ ਉਹ ਕਹਿਣ ਲੱਗੇ ਵੀ ਇੱਥੋਂ ਮੈਸੇਜ ਡੀਐਮ ਵੱਲੋਂ ਇਹ ਆਇਆ ਵੀ ਪੰਥਕ ਕਮੇਟੀ ਨੇ ਖਾਲਿਸਤਾਨ ਦੀ ਡਿਕਲੇਰੇਸ਼ਨ ਕਰ ਦਿੱਤੀ ਹੈ ਵੀ ਖਾਲਿਸਤਾਨ ਅਸੀਂ ਬਣਾਤਾ। ਉਸ ਰਾਤ ਨੂੰ ਫਿਰ ਅਚਾਨਕ ਲੇਟ ਐਟ ਨਾਈਟ ਸਾਨੂੰ ਬੁਲਾਇਆ ਗਿਆ ਏਅਰਪੋਰਟ 'ਤੇ ਆਓ। ਅਸੀਂ ਗਏ ਤੇ ਉੱਥੇ ਦਿੱਲੀ ਤੋਂ ਬਰਨਾਲਾ ਸਾਹਿਬ ਸੀਐਮ ਵੀ ਆਏ ਹੋਏ ਸੀ, ਕੁਝ ਹੋਰ ਸੀਨੀਅਰ ਲੀਡਰਸ ਆਏ ਹੋਏ ਸੀ, ਕੁਝ ਸੈਂਟਰਲ ਫੋਰਸਿਸ ਦੇ ਵੀ ਆਏ ਹੋਏ ਸੀ। ਅੱਛਾ, ਮੈਂ ਸਭ ਨੂੰ ਦੱਸਿਆ ਕਿ ਸਰ ਮੈਂ ਤਾਂ ਦੇਖੋ ਆਹੀ ਚੀਜ਼ ਤੁਹਾਨੂੰ ਸਭ ਨੂੰ ਦੱਸੀ ਸੀ। ਤੇ ਉਹ ਸਾਰੇ ਕਹਿਣ ਵੀ ਨਹੀਂ ਅਸੀਂ ਕੋਈ ਆਪਰੇਸ਼ਨ ਕਰਨਾ ਹੈ ਦਰਬਾਰ ਸਾਹਿਬ ਦੇ ਅੰਦਰ, ਹੁਣ ਕਰਾਂਗੇ ਜਿੱਥੇ ਇਹਨਾਂ ਨੇ ਕੀਤਾ। ਸ਼ਾਮ ਨੂੰ ਜਦੋਂ ਹਨੇਰਾ ਪੈ ਗਿਆ ਉਸ ਤੋਂ ਬਾਅਦ ਫਿਰ ਸੈਂਟਰਲ ਫੋਰਸਿਸ ਕੋਈ ਆਈਆਂ NSG ਵਗੈਰਾ, ਤੇ ਇਹਨਾਂ ਨੇ ਆ ਕੇ ਉਹ ਆਪਰੇਸ਼ਨ ਬਲੈਕ ਥੰਡਰ 1 ਜਿਹੜਾ ਸੀ ਉਹ ਕੈਰੀ ਆਊਟ ਕੀਤਾ ਹਨੇਰੇ 'ਚ। ਉਹੀ ਗੋਲੀਆਂ ਚਲਾਈਆਂ, ਉਹੀ ਗ੍ਰੇਨੇਡ ਚਲਾਏ, ਪਰ ਅੰਦਰੋਂ ਕੋਈ ਫਾਇਰਿੰਗ ਨਹੀਂ ਆਈ। ਅੱਛਾ, ਮੈਂ ਉਹਨਾਂ ਨੂੰ ਦੱਸਿਆ ਕਿ ਦੇਖੋ ਹੈਂਡਲ ਸਾਨੂੰ ਕਰਨਾ ਪੈਣਾ ਹੈ ਤੇ ਆਪਾਂ ਇਹਦੇ 'ਚ ਕੋਈ ਬਹੁਤਾ ਕੁਟਾਈ ਨਾ ਕਰੀਏ, ਆਪਾਂ ਸਿੱਧੇ ਅੰਦਰ ਚਲੀਏ। ਇਹ ਅੰਦਰੋਂ ਜਕਾਰੇ ਵਗੈਰਾ ਛੱਡ ਰਹੇ ਸੀ। ਅਸੀਂ ਲਾਊਡ ਸਪੀਕਰ 'ਤੇ ਕਿਹਾ ਵੀ ਮੈਂ ਤੇ DC ਦੋਨੋਂ ਅੰਦਰ ਆ ਰਹੇ ਹਾਂ। ਅੱਛਾ, ਨੇ ਇੱਥੇ ਆਓ। ਮੈਂ ਆਪਣਾ ਪਿਸਤੌਲ ਪਾਇਆ ਸੀ, ਮੈਂ ਪਿਸਤੌਲ ਵੀ ਬਾਹਰ ਛੱਡ ਦਿੱਤਾ। ਅਸੀਂ ਚਲੇ ਗਏ ਅੰਦਰ। ਉਸ ਦਿਨ DC ਤੇ SSP ਨੰਗੇ ਪੈਰੀ ਘੁੰਮਦੇ ਰਹੇ ਸੀਗੇ। 1 ਮਈ ਨੂੰ ਅਸੀਂ ਦੁਪਹਿਰ ਤੱਕ ਅਸੀਂ ਸਾਰਾ ਕੁਝ ਕੰਟਰੋਲ ਕਰਕੇ ਹੁਣ ਮੁੰਡੇ ਬਾਹਰ ਆ ਗਏ ਸੀ ਤੇ ਸਾਰਾ ਕੁਝ ਖਤਮ ਹੋ ਗਿਆ ਸੀ। ਮਤਲਬ ਕੀ ਕਹਿ ਸਕਦੇ ਸਰ, ਬਲੈਕ ਥੰਡਰ 1 ਬੜਾ ਸੌਖਾ ਕੰਟਰੋਲ ਹੋ ਗਿਆ ਸੀ ਗੱਲੀ ਬਾਤੀ? ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਜਦੋਂ ਵੀ ਮਈ ਤੇ ਜੂਨ ਦੇ ਮਹੀਨੇ ਆਉਂਦੇ ਨੇ ਤਾਂ ਸਭ ਨੂੰ ਪੰਜਾਬ ਦੇ ਉਹ ਕਾਲੇ ਦਿਨ ਚੇਤੇ ਆ ਜਾਂਦੇ ਨੇ। ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਜੂਨ 84 ਦੇ ਵਿੱਚ ਹੋਇਆ ਸੀ। ਉਸ ਦੌਰਾਨ ਜੋ ਹੋਇਆ ਹਰ ਪੰਜਾਬ 'ਚ ਪੈਦਾ ਹੋਣ ਵਾਲਾ ਬੱਚਾ ਜਾਣਦਾ ਵੀ ਸਥਿਤੀ ਕੀ ਸੀ, ਮਾਹੌਲ ਕੀ ਬਣ ਗਈ ਸੀ, ਕਿੰਨੀ ਕੁ ਰਾਜਨੀਤੀ ਹਾਵੀ ਹੋ ਗਈ ਸੀ। ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜਿਹੇ ਹੀ ਹੋਰ 2 ਵੱਡੇ ਕਾਂਡ ਹੋ ਜਾਣੇ ਸਨ ਜੇਕਰ ਕੁਝ ਸਮਝਦਾਰ ਤੇ ਰਸੂਖਦਾਰ ਅਫਸਰ ਨਾ ਹੁੰਦੇ। ਮੈਂ ਗੱਲ ਕਰ ਰਿਹਾ ਆਪਰੇਸ਼ਨ ਬਲੈਕ ਥੰਡਰ ਦੀ। ਇਹ 2 ਆਪਰੇਸ਼ਨ ਹੋਏ ਸਨ। ਇਹਨਾਂ ਦੋਨੋਂ ਆਪਰੇਸ਼ਨਾਂ ਦੇ ਵਿੱਚ ਪੰਜਾਬ ਦੇ ਸੇਵਾ ਮੁਕਤ DGP ਸਰਬਦੀਪ ਸਿੰਘ ਵਿਰਕ ਉਹਨਾਂ ਦੀ ਅਹਿਮ ਭੂਮਿਕਾ ਰਹੀ ਸੀ। ਹੁਣ ਫਿਰ ਉਹੀ ਦਿਹਾੜੇ ਆ ਰਹੇ ਨੇ, ਸੋ ਅੱਜ ਸਾਡੇ ਨਾਲ ਵਿਰਕ ਸਾਹਿਬ ਮੌਜੂਦ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਲੈਕ ਥੰਡਰ 1 ਤੇ ਬਲੈਕ ਥੰਡਰ 2 ਨੂੰ ਕਿੱਦਾਂ ਹੈਂਡਲ ਕੀਤਾ ਗਿਆ, ਕਿੱਦਾਂ ਟੈਕਲ ਕੀਤਾ ਗਿਆ ਤੇ ਇੱਕ ਵੱਡਾ ਕਹਿ ਲਓ ਵੀ ਬਲੂ ਸਟਾਰ ਹੋਣ ਤੋਂ ਬਚ ਗਿਆ ਸੀ। ਸੋ ਵਿਰਕ ਸਾਹਿਬ, ਸਕਰੋਲ ਪੰਜਾਬ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਤੇ ਤੁਸੀਂ ਇਹਦੇ ਨਾਲ ਰਿਲੇਟਡ ਜੋ ਵੀ ਪੁੱਛਣਾ ਚਾਹੋ ਮੈਨੂੰ ਪੁੱਛੋ। ਮੈਂ ਦੋਨਾਂ ਬਲੈਕ ਥੰਡਰ 1 ਜਿਹੜਾ ਅਪ੍ਰੈਲ 'ਚ ਹੋਇਆ ਸੀ ਤੇ ਬਲੈਕ ਥੰਡਰ 2 ਜਿਹੜਾ 9 ਮਈ ਤੋਂ ਸ਼ੁਰੂ ਹੋਇਆ 88 ਦੇ ਵਿੱਚ ਤੇ 18 ਮਈ ਨੂੰ ਖਤਮ ਹੋਇਆ। ਤੇ ਉਸ ਵੇਲੇ ਮੈਂ ਉੱਥੇ ਪੋਸਟਡ ਸਾਂ ਤੇ ਮੈਂ ਇਸ ਆਪਰੇਸ਼ਨ ਦੇ ਵਿੱਚ ਥੋੜ੍ਹਾ ਬਹੁਤਾ ਜੋ ਰੋਲ ਅਦਾ ਕਰ ਸਕਦਾ ਸੀ ਮੈਂ ਕੀਤਾ। ਤੇ ਜੋ ਤੁਸੀਂ ਪੁੱਛੋਗੇ ਮੈਂ ਉਹਦਾ। ਸੋ ਵਿਰਕ ਸਾਹਿਬ, ਪਹਿਲਾ ਜਿਹੜਾ ਸੀਗਾ 30 ਅਪ੍ਰੈਲ 1986 ਨੂੰ ਹੋਇਆ ਸੀਗਾ ਬਲੈਕ ਥੰਡਰ 1। ਇੱਕ ਤਾਂ ਇਸ ਤੁਸੀਂ SSP ਅੰਮ੍ਰਿਤਸਰ ਹੁੰਦੇ ਸੀ ਉਸ ਵੇਲੇ, ਇਹਦਾ ਨਾਮ ਬਲੈਕ ਥੰਡਰ ਕਿੱਦਾਂ ਪਿਆ ਤੇ ਹੋਇਆ ਕੀ ਸੀਗਾ, ਇਹ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਕੀ ਹੁੰਦਾ, ਜਦੋਂ ਵੀ ਸੈਂਟਰਲ ਫੋਰਸਿਸ ਆਰਮੀ ਜਾਂ ਸੈਂਟਰਲ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਇਹ ਕੋਈ ਆਪਰੇਸ਼ਨ ਕਰਦੀਆਂ ਨੇ, ਇਹ ਹਮੇਸ਼ਾ ਉਹਨੂੰ ਕੋਈ ਨਾਂ ਦੇ ਦਿੰਦੀਆਂ ਨੇ
ਆਪਰੇਸ਼ਨ ਰਕਸ਼ਕ, ਆਪਰੇਸ਼ਨ ਸੂਰਮਾ, ਆਪਰੇਸ਼ਨ ਬਲੂ ਸਟਾਰ, ਤੇ ਇਹ ਆਪਰੇਸ਼ਨ ਦਾ ਨਾਂ ਜਿਹੜਾ ਜਿਸ ਤਰ੍ਹਾਂ ਦੀ ਨੇਚਰ ਕੰਮ ਦੀ ਹੁੰਦੀ ਹੈ ਜਨਰਲੀ ਉਹਦੇ ਨਾਲ ਐਸੋਸੀਏਟ ਕਰ ਦਿੰਦੇ ਆ। ਅੱਛਾ, ਬਲੈਕ ਥੰਡਰ ਮਤਲਬ ਇਹਦਾ ਕੋਈ ਜੇ ਅਸੀਂ ਸੋਚੀਏ ਵੀ ਕਾਲੀ ਗਰਜਨ ਜਾਂ ਉਹ ਕੀ ਹੈ, ਤੁਸੀਂ ਉਹਦੇ 'ਚ ਮੈਨੂੰ ਜੋ ਲੱਗਦਾ ਵੀ ਇਹਨਾਂ ਨੇ ਉਹ ਆਪਰੇਸ਼ਨ ਸੋਚਿਆ ਵੀ ਜਿੱਥੇ ਸਿਰਫ ਗਰਜਨ ਦੀ ਲੋੜ ਹੈ ਵੀ ਸ਼ਾਇਦ ਰੌਲਾ ਪਾ ਕੇ ਕੰਟਰੋਲ ਕਰ ਲੈਣ, ਤੇ ਹੋ ਸਕਦਾ ਇਹੋ ਜਿਹਾ ਇਹਨਾਂ ਨੇ, ਪਰ ਨਾਰਮਲੀ ਇਹ ਨਾ ਆਪਰੇਸ਼ਨ ਦਾ ਆਰਮੀ ਜਾਂ ਪੈਰਾਮਿਲਟਰੀ ਆਪਣੇ ਹੈੱਡਕੁਆਟਰ 'ਚੋਂ ਦਿੰਦੀਆਂ, ਔਰ ਉਹਦਾ ਹਾਲਾਤ ਦੇ ਨਾਲ ਜ਼ਮੀਨੀ ਹਕੀਕਤ ਦੇ ਨਾਲ ਕੋਈ ਬਹੁਤਾ ਜ਼ਿਆਦਾ ਤਾਲੁਕ ਨਹੀਂ ਹੁੰਦਾ। ਅਤੇ ਇਹ ਜਿਹੜੀ ਗੱਲ ਹੈ ਅਪ੍ਰੈਲ ਪਹਿਲੇ ਬਲੈਕ ਥੰਡਰ 1 ਦੀ 29 ਅਪ੍ਰੈਲ ਉਸ ਵੇਲੇ ਅਕਾਲੀ ਰੂਲ ਪੰਜਾਬ ਦੇ ਵਿੱਚ ਚੱਲ ਰਿਹਾ ਸੀ, ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ। ਉੱਧਰੋਂ ਬਹੁਤ ਸਾਰੇ ਮਿਲੀਟੈਂਟਸ ਜਿਹੜੇ ਸੀ ਨੀਲਾ ਤਾਰਾ ਦੇ ਸਮੇਂ 84 ਦੇ ਵਿੱਚ ਜਿਹੜੇ ਪਾਕਿਸਤਾਨ ਚਲੇ ਗਏ ਸੀ, ਉੱਥੇ ਕੈਂਪਾਂ 'ਚ ਰੱਖੇ ਗਏ ਸੀ, ਕੁਝ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਸੀ। ਉਹ ਜਦੋਂ ਸਤੰਬਰ 85 ਦੇ ਵਿੱਚ ਸਰਕਾਰ ਬਣੀ ਅਤੇ ਦਸੰਬਰ ਜਨਵਰੀ ਤੱਕ ਵਾਪਸ ਆ ਗਏ ਸੀ। ਇਹਨਾਂ ਨੇ ਫਿਰ 26 ਜਨਵਰੀ ਨੂੰ ਇੱਕ ਉੱਥੇ ਸਰਬੱਤ ਖਾਲਸਾ ਨਾਂ ਦੇ ਨਾਲ ਇੱਕ ਇਕੱਠ ਕੀਤਾ, ਜਿਹਦੇ ਵਿੱਚ ਇਹਨਾਂ ਨੇ ਪੰਥਕ ਕਮੇਟੀ ਥਾਪ ਦਿੱਤੀ। ਪਬਲਿਕ ਮੀਟਿੰਗ ਸੀਗੀ? ਨਹੀਂ ਜੀ, ਇਹ ਸਰਬੱਤ ਖਾਲਸਾ ਇਹਨਾਂ ਨੇ ਆਪਣੇ ਵੱਲੋਂ, ਸਰਬੱਤ ਖਾਲਸਾ ਦੀ ਇਤਿਹਾਸਕ ਮਹੱਤਤਾ ਜੇ ਤੁਸੀਂ ਦੇਖੋ, ਅਤੇ ਜਿਸ ਵੇਲੇ ਖਾਲਸੇ ਦੇ ਉੱਤੇ, ਖਾਲਸਾ ਗਰੁੱਪਸ ਦੇ ਉੱਤੇ ਪੂਰਾ ਮੁਗਲਾਂ ਦਾ ਪ੍ਰੈਸ਼ਰ ਬਣਿਆ ਹੋਇਆ ਸੀ, ਅਤੇ ਉਸ ਵੇਲੇ ਕੌਮ ਨੂੰ ਅੱਗੇ ਕਿਹੜੇ ਪਾਸੇ ਲੈ ਜਾਇਆ ਜਾਏ, ਇਹਦੇ ਲਈ ਇੱਕ ਧਾਰਮਿਕ ਇਕੱਠ ਕੀਤਾ ਜਾਂਦਾ ਹੁੰਦਾ ਸੀ। 1986 ਦੇ ਵਿੱਚ ਇਹ ਮਿਲੀਟੈਂਟ ਗਰੁੱਪਸ ਨੇ ਕਾਲ ਦਿੱਤੀ ਵੀ ਅਸੀਂ ਸਰਬੱਤ ਖਾਲਸਾ ਕਰਾਂਗੇ। ਇਹ ਫਿਰ ਉੱਥੇ ਮਿਲੀਟੈਂਟ ਗਰੁੱਪ ਜਿਹੜੇ ਸੀ ਅੰਦਰ ਇਕੱਠੇ ਹੋ ਗਏ। ਅੱਛਾ, ਮੈਂ ਕੁਛ ਇੱਕ ਦੋ ਗਰੁੱਪ ਦੇ ਨਾਮ ਕਿਹੜੇ ਸੀ? ਨਹੀਂ ਜੀ, ਜਿਸ ਤਰ੍ਹਾਂ ਲਿਬਰੇਸ਼ਨ ਫੋਰਸ, KCF, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਅੱਛਾ, ਅਤੇ ਸਰਕਾਰ ਨਾਲ ਗੱਲ ਹੋਈ ਵੀ ਕੀ ਇਹਨੂੰ ਬੈਨ ਕੀਤਾ ਜਾਏ। ਅੱਛਾ, ਕਿਉਂਕਿ ਅਕਾਲੀ ਸਰਕਾਰ ਸੀ, ਉਹਨਾਂ ਨੇ ਬੜਾ ਕਲੀਅਰ ਸਟੈਂਡ ਲਿਆ ਕਿ ਜੀ ਅਸੀਂ ਮਿਲੀਟੈਂਟਸ ਨਾਲ ਅਗਰੀ ਨਹੀਂ ਕਰਦੇ, ਪਰ ਜੇਕਰ ਇਹ ਸਰਬੱਤ ਖਾਲਸਾ ਕਰਨਾ ਚਾਹੁੰਦੇ ਆ ਅਸੀਂ ਬੈਨ ਨਹੀਂ ਕਰਾਂਗੇ, ਛੂਟ ਦੇ ਦਿੱਤੀ। ਅਤੇ ਇਹਨਾਂ ਨੇ ਫਿਰ ਕਰਕੇ ਇਹਨਾਂ ਨੇ SGPC ਡਿਜ਼ੋਲਵ ਕਰਤੀ। ਇਹਨਾਂ ਨੇ ਹੋਰ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਔਰ ਨਾਲ ਇਹਨਾਂ ਨੇ ਕਈ ਪ੍ਰੋਮੀਨੈਂਟ ਲੀਡਰ, ਜਿਨ੍ਹਾਂ 'ਚ ਗਿਆਨੀ ਜ਼ੈਲ ਸਿੰਘ, ਸਰਦਾਰ ਬੂਟਾ ਸਿੰਘ, ਸਰਦਾਰ ਸੁਰਜੀਤ ਸਿੰਘ ਬਰਨਾਲਾ, ਸਾਰੇ ਕਹਿ ਦਿੱਤਾ ਪੰਥ 'ਚੋਂ ਛੇਕ ਦਿੱਤੇ ਗਏ। ਅੱਛਾ, ਉਹ ਸਾਰਾ ਕੁਝ ਇਹਨਾਂ ਨੇ ਉੱਥੇ ਡਿਕਲੇਅਰ ਕਰ ਦਿੱਤਾ, ਨਾਲ SGPC ਡਿਸਬੈਂਡ ਕਰ ਦਿੱਤੀ, ਫਲਾਣਾ ਕਰ ਦਿੱਤਾ। ਔਰ ਅਸੀਂ ਨਾਲ ਇਹ ਕਿਹਾ ਵੀ ਅਸੀਂ ਆਪਣੇ ਵੱਲੋਂ ਇੱਕ 5 ਮੈਂਬਰੀ ਪੰਥਕ ਕਮੇਟੀ ਥਾਪਦੇ ਹਾਂ, ਜਿਹਦੇ ਆਹ ਮੈਂਬਰ ਹੋਣਗੇ, ਉਹਦੇ ਸਾਰੇ ਪ੍ਰੋਮੀਨੈਂਟ ਟੈਰਰਿਸਟ 5 ਪਾਤੇ, ਉਹ ਪੰਥ ਨੂੰ ਅੱਗੇ ਸੇਧ ਦੇਵੇਗੀ। ਅੱਛਾ, ਹੁਣ ਅਕਾਲੀ ਦਲ ਨੇ ਉਹਨੂੰ ਰੋਕਿਆ ਨਹੀਂ, ਪਰ ਇਹਨਾਂ ਨੇ ਫਿਰ ਉਹਨੂੰ ਰੋਕਣ, ਬਲੌਕ ਕਰਨ ਲਈ ਪੋਲੀਟੀਕਲੀ SGPC ਦੀ ਮੀਟਿੰਗ ਸੱਦ ਲਈ ਅਨੰਦਪੁਰ ਸਾਹਿਬ। ਉੱਥੇ ਫਿਰ ਇਹਨਾਂ ਨੇ ਕਾਊਂਟਰ ਫੈਸਲੇ ਲਏ, ਉਹਦੇ ਵਿਰੁੱਧ ਫੈਸਲੇ ਲਏ ਕਿ ਜੋ ਫੈਸਲੇ ਕੀਤੇ ਗਏ ਸੀ ਉਹ ਗੈਰ ਕਾਨੂੰਨੀ ਹਨ, ਅਤੇ SGPC ਦੀ ਚੁਣੀ ਹੋਈ ਸੰਸਥਾ ਉਹਨੂੰ ਰੱਦ ਕਰਦੀ ਹੈ, ਅਤੇ ਉਹ ਸਾਰੇ ਫੈਸਲੇ ਜਿਹੜੇ ਨੇ ਉਹਨਾਂ ਦੀ ਕੋਈ ਮਹੱਤਤਾ ਨਹੀਂ ਹੈ। ਜਿਸ ਤਰ੍ਹਾਂ SGPC ਪਹਿਲਾਂ ਕੰਮ ਕਰ ਰਹੀ ਸੀ, ਹੁਣ ਵੀ ਕਰਦੀ ਰਹੇਗੀ, ਔਰ ਸਰਕਾਰ ਉਸ ਤਰ੍ਹਾਂ ਕਰੇਗੀ, ਜਾਂ ਕੋਈ ਛੇਕਿਆ ਨਹੀਂ ਗਿਆ। ਉਹ ਫਿਰ ਸਾਰੇ ਜਿਹੜੇ ਬੰਦੇ ਸੀ ਉਹ ਉਹਨਾਂ ਨੇ ਆਪਣੇ ਵੱਲੋਂ ਉਸੇ ਤਰ੍ਹਾਂ ਹੀ ਕੰਮ ਚੱਲਣ ਦਿੱਤਾ। ਪਰ ਇਹ ਸੀ ਵੀ ਉਹ ਜਿਹੜੀ ਸਿੱਖ ਕਮਿਊਨਿਟੀ ਸੀ ਉਹ ਇੱਕ ਤਰ੍ਹਾਂ ਨਾਲ ਇੱਕ ਕ੍ਰਾਸ ਰੋਡ 'ਤੇ ਪਹੁੰਚ ਗਈ ਵੀ ਇਹ ਸਰਕਾਰ ਨਾਲ ਜਾਵੇ, ਮਿਲੀਟੈਂਟਸ ਨਾਲ ਜਾਵੇ, ਕਿਸੇ ਹੋਰ ਪਾਸੇ ਜਾਵੇ, ਕਿੱਧਰ ਜਾਵੇ। ਅਤੇ ਉਹਦੇ 'ਚ ਮੈਂ ਉਸ ਵੇਲੇ ਉੱਥੇ SSP ਕਰਕੇ ਪੋਸਟਡ ਸਾਂ, ਅਤੇ ਮੇਰੀ ਕੋਸ਼ਿਸ਼ ਇਹ ਸੀ ਵੀ ਜੋ ਵੀ ਸੱਚਾਈ ਜਾਂ ਕਾਨੂੰਨ ਕਹਿੰਦਾ ਉਹਦੇ 'ਤੇ ਚੱਲੀਏ। ਸਰਕਾਰ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਨੇ, ਪਰ ਕਾਨੂੰਨ ਦੀਆਂ ਮਜਬੂਰੀਆਂ ਨਹੀਂ ਹੁੰਦੀਆਂ। ਤੁਹਾਨੂੰ ਲੋਕਾਂ ਨੂੰ ਬਚਾਉਣਾ ਪੈਣਾ, ਲੋਕਾਂ ਨੂੰ ਪ੍ਰੋਟੈਕਟ ਕਰਨਾ ਪੈਣਾ, ਲੋਕਾਂ ਨੂੰ ਇਨਸਾਫ ਦਿਵਾਉਣਾ ਪੈਣਾ।
ਤੇ ਉਸ ਕਰਕੇ ਤੁਹਾਨੂੰ ਆਪਣੀ ਡਿਊਟੀ ਨਿਭਾਉਣੀ ਪੈਣੀ ਹੈ। ਪਰ ਮੈਨੂੰ ਉਸ ਵੇਲੇ ਲੱਗ ਰਿਹਾ ਸੀ ਵੀ ਇਹ ਪੰਥਕ ਕਮੇਟੀ ਜੇ ਆ ਗਈ ਹੈ, ਅੱਗੇ ਕੁਛ ਨਾ ਕੁਛ ਆਪਣੀ ਹੋਂਦ ਜਸਟੀਫਾਈ ਕਰਨ ਲਈ ਕੁਝ ਨਾ ਕੁਝ ਰਸਤਾ ਦੱਸਣ ਦੀ ਕੋਸ਼ਿਸ਼ ਕਰੇਗੀ ਸਿੱਖ ਕਮਿਊਨਿਟੀ ਨੂੰ, ਔਰ ਉਹਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਇਹ ਦੇਖਣਾ ਸੀ। ਅੱਛਾ, ਹੁਣ ਜਿਹੜੇ ਪਿੰਡਾਂ 'ਚ ਕਈ ਰਹਿਣ ਵਾਲੇ ਹਾਰਡਕੋਰ ਸਿੱਖੀ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ, ਉਹ ਹਾਂ ਜੀ ਨਹੀਂ ਜੀ ਸੱਚੀ ਗੱਲ ਹੈ ਜੀ, ਇਹ ਤਾਂ ਮੰਨਣਾ ਪੈਣਾ ਹੈ ਜੀ। ਪਰ ਦੂਜੇ ਪਾਸੇ ਬਹੁਤ ਵੱਡਾ ਇੱਕ ਹੋਰ ਗਰੁੱਪ ਸੀ ਜਿਹੜੇ ਕਹਿੰਦੇ ਸੀ ਵੀ ਨਹੀਂ, ਵੀ ਇਹ ਚੁਣੇ ਹੋਏ ਬੰਦਿਆਂ ਦੀ ਸੰਸਥਾ ਨਹੀਂ ਹੈ, ਔਰ ਜਿਹੜੀ ਚੁਣੇ ਹੋਏ ਬੰਦਿਆਂ ਦੀ ਸੰਸਥਾ ਨਹੀਂ ਹੈ ਉਹ ਚੁਣੀ ਹੋਈ ਸੰਸਥਾ ਨੂੰ ਡਿਸਬੈਂਡ ਨਹੀਂ ਕਰ ਸਕਦੀ। ਅੱਛਾ, ਜੇ ਆਪਾਂ ਵਿਰਕ ਸਾਹਿਬ ਗੱਲ ਕਰੀਏ, ਜਦੋਂ ਇਹ ਮਤਲਬ ਗਰੁੱਪ ਸਾਰਾ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਬੈਠ ਗਿਆ ਸੀਗਾ, ਜੂਲੀਓ ਰਿਬੇਰੋ ਸਾਹਿਬ ਡੀਜੀ ਹੁੰਦੇ ਸੀ, ਪੁਲਿਸ ਸਟ੍ਰੈਟਜੀ ਕੀ ਬਣੀ ਸੀ ਵੀ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਏਗਾ, ਕਿੱਦਾਂ ਇਹਨਾਂ ਨੂੰ ਕੰਟਰੋਲ ਕਰਨਾ ਹੈ, ਐਨਕਾਊਂਟਰ ਕਰਨੇ ਆ ਨਹੀਂ ਕਰਨੇ, ਉਹ ਸਾਰਾ ਮਾਹੌਲ ਕੀ ਸੀ? ਦੇਖੋ, ਕਦੇ ਵੀ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਐਨਕਾਊਂਟਰ ਹੋਏਗਾ ਜਾਂ ਨਹੀਂ ਜੀ। ਔਰ ਇਹਦੇ ਅੰਦਰ ਕੀ ਹੁੰਦਾ ਵੀ ਜਦੋਂ ਉਹ ਅੰਦਰ ਬੈਠੇ ਸੀ ਜੀ, ਸਰਕਾਰ ਦਾ ਈਵਨ ਦਿੱਲੀ ਸਰਕਾਰ ਦਾ ਸੀ ਵੀ ਹੈਂਡਲ ਇਟ ਵਿਦ ਕੇਅਰ, ਵੀ ਜਦੋਂ ਤੱਕ ਕੋਈ ਕਿਸੇ ਨੂੰ ਮਾਰਦਾ ਨਹੀਂ ਉਨੀ ਦੇਰ ਤੱਕ ਤੁਸੀਂ ਇੰਟਰਫੇਅਰ ਨਹੀਂ ਕਰਨਾ, ਗੱਲਬਾਤ ਰਹੀ, ਮਸਲਾ ਹੱਲ ਕਰੋ, ਵੀ ਕੋਸ਼ਿਸ਼ ਕਰੋ ਕਿ ਘੱਟ ਤੋਂ ਘੱਟ ਸਖਤੀ ਨਾਲ ਹਾਲਾਤ ਨੂੰ ਕੰਟਰੋਲ ਕਰੋ। ਅੰਦਰ ਮਿਲੀਟੈਂਟ ਸਨ, ਸਰਕਾਰ ਅੰਦਰ ਵੜਨਾ ਨਹੀਂ ਸੀ ਚਾਹੁੰਦੀ, ਸੋ ਅਸੀਂ ਵੀ ਉਸ ਤਰ੍ਹਾਂ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਕੰਮ ਕਰਨਾ ਜ਼ਰੂਰੀ ਸੀ ਜੀ। ਅੱਛਾ, ਅਸੀਂ ਇਹਨਾਂ ਕਿ ਦੱਸਿਆ ਸੀ ਵੀ ਦੇਖੋ ਹੁਣ ਪੰਥਕ ਕਮੇਟੀ ਆ ਗਈ ਹੈ ਅਤੇ ਕਾਫੀ ਐਗਰੈਸਿਵ ਡਿਸੀਜ਼ਨ ਲਏ ਜਾਣਗੇ ਜੀ, ਅਤੇ ਜਿਹਦੇ ਲਈ ਸਾਨੂੰ ਬੜਾ ਅਲਰਟ ਰਹਿਣ ਦੀ ਲੋੜ ਹੈ ਜੀ, ਵੀ ਇਹ ਕੀ ਸਟੈਪ ਲੈਣਗੇ, ਸਾਨੂੰ ਪਹਿਲਾਂ ਤੋਂ ਕੋਸ਼ਿਸ਼ ਕਰਨੀ ਚਾਹੀਦੀ ਵੀ ਉਹਨੂੰ ਪ੍ਰੀਵੈਂਟ ਕਰ ਸਕੀਏ। ਅੱਛਾ, ਉਹ ਪਰ ਸਾਰੇ ਇਹ ਸਮਝਣ ਵੀ ਨਹੀਂ ਇਸ ਤਰ੍ਹਾਂ ਹੈ, ਹਾਲੇ ਅਸੀਂ ਕੁਛ ਨਾ ਕਰੀਏ, ਅਸੀਂ ਚੁੱਪ ਰਹੀਏ। ਅੱਛਾ, ਉਦੋਂ ਹਾਲੇ ਰਿਬੇਰੋ ਸਾਹਿਬ ਡੀਜੀ ਨਹੀਂ ਸੀ ਬਣੇ ਜੀ। ਤੁਸੀਂ ਰਿਬੇਰੋ ਸਾਹਿਬ ਡੀਜੀ ਬਣਦੇ ਨੇ ਸੰਨ 86 ਦੀ ਮਾਰਚ ਦੇ ਅਖੀਰਲੇ ਹਫਤੇ 'ਚ ਜੀ। ਤੁਸੀਂ ਲੁਧਿਆਣੇ ਦਰੇਸੀ ਗਰਾਊਂਡ ਦੇ ਵਿੱਚ RSS ਦੀ ਸ਼ਾਖਾ ਚੱਲ ਰਹੀ ਸੀ, ਉੱਥੇ ਕੋਈ ਟੈਰਰਿਸਟ ਨੇ ਆ ਕੇ 10-12 ਬੰਦੇ ਮਾਰਤੇ ਜੀ। ਅੱਛਾ, ਉਸ ਦਿਨ ਫਿਰ ਚੀਫ ਮਿਨਿਸਟਰ ਰਿਬੇਰੋ ਸਾਹਿਬ ਉੱਥੇ ਹੋਮ ਸੈਕਟਰੀ 2 ਸਨ ਦਿੱਲੀ ਦੇ ਵਿੱਚ ਜੀ। ਇਹ ਅਰੁਣ ਨਹਿਰੂ ਸਾਹਿਬ ਉਸ ਵੇਲੇ ਮਿਨਿਸਟਰ ਫॉर ਇੰਟਰਨਲ ਸਿਕਿਉਰਿਟੀ ਸਨ, ਮਿਨਿਸਟਰ ਆਫ ਸਟੇਟ ਫॉर ਇੰਟਰਨਲ ਸਿਕਿਉਰਿਟੀ। ਇਹ ਉੱਥੇ ਆਏ ਅਤੇ ਰਿਬੇਰੋ ਸਾਹਿਬ ਵੀ ਨਾਲ ਆਏ ਸੀ। ਉੱਥੇ ਦੁਪਹਿਰ ਨੂੰ ਜਦੋਂ ਆਫਟਰ ਉੱਥੇ ਵਿਜ਼ਿਟ ਵਗੈਰਾ ਕਰਕੇ ਜਦੋਂ ਇਹ ਫਿਰ ਬੈਠੇ ਮੀਟਿੰਗ ਕਰ ਰਹੇ ਸਨ, ਅਤੇ ਬਰਨਾਲਾ ਸਾਹਿਬ ਨੇ ਕਿਹਾ ਵੀ ਮੈਨੂੰ ਰਿਬੇਰੋ ਸਾਹਿਬ ਵਰਗਾ ਕੋਈ ਆਫਿਸਰ ਦਿਓ ਜੀ। ਅਤੇ ਉਹ ਕਹਿਣ ਲੱਗੇ ਵੀ ਤੁਸੀਂ ਬੇਸ਼ੱਕ ਰਿਬੇਰੋ ਸਾਹਿਬ ਨੂੰ ਹੀ ਲੈ ਲਓ। ਉਹ ਕਹਿੰਦੇ ਵੀ ਤੁਸੀਂ ਸਪੇਅਰ ਨਹੀਂ ਕਰਨਾ। ਉਹ ਕਹਿੰਦੇ ਵੀ ਦੇਖੋ ਜੇ ਤੁਹਾਨੂੰ ਲੱਗਦਾ ਪੰਜਾਬ 'ਚ ਫਰਕ ਪੈ ਸਕਦਾ ਤਾਂ ਮੈਂ ਇਹਨਾਂ ਨੂੰ ਦੇਣ ਲਈ ਤਿਆਰ ਹਾਂ। ਉਸੇ ਵੇਲੇ ਗੱਲ ਹੋਈ, ਰਿਬੇਰੋ ਸਾਹਿਬ ਜਿਹੜੇ ਕੱਪੜਿਆਂ 'ਚ ਆਏ ਸੀ ਉਹੀ ਕੱਪੜਿਆਂ 'ਚ ਰਹਿ ਗਏ। ਉਹਨਾਂ ਕਿਹਾ ਵੀ ਤੁਹਾਡਾ ਸਾਰਾ ਸਮਾਨ ਦੁਬਾਰਾ ਲੈ ਆਵਾਂਗੇ। ਇਹਨਾਂ ਕਿਹਾ ਜੀ ਮੇਰੇ ਕੋਲ ਵਰਦੀ ਵੀ ਹੈ ਨਹੀਂ, ਕਹਿੰਦੇ ਉਹ ਇੱਥੇ ਸਵਾ ਲੈਂਦੇ ਹਾਂ। ਫਿਰ ਅਰੁਣ ਨਹਿਰੂ ਸਾਹਿਬ ਵਾਪਸ ਇਕੱਲੇ ਗਏ ਅਤੇ ਬਾਅਦ ਦੇ ਵਿੱਚ ਫਿਰ ਉਹਨਾਂ ਦੀ ਰਿਬੇਰੋ ਸਾਹਿਬ ਦੇ ਮਿਸਿਸ ਉਹਨਾਂ ਦਾ ਸਮਾਨ ਲੈ ਕੇ ਇੱਕ ਜਹਾਜ਼ ਵਾਪਸ ਆਇਆ ਜੀ। ਉਸ ਤੋਂ ਬਾਅਦ ਰਿਬੇਰੋ ਸਾਹਿਬ ਮੋਸਟ ਪ੍ਰੋਬਬਲੀ ਉਹ ਤਰੀਕ ਸੀ 28 ਮਾਰਚ। ਮੈਂ ਉਸ ਵੇਲੇ SSP ਅੰਮ੍ਰਿਤਸਰ ਸਾਂ ਅਤੇ ਥੋੜ੍ਹੇ ਦਿਨ ਪਹਿਲਾਂ ਉਹਨਾਂ ਨੇ ਕਿਸੇ ਕੰਮ ਲਈ ਮੈਨੂੰ ਦਿੱਲੀੋਂ ਫੋਨ ਕੀਤਾ ਸੀ। ਅੱਛਾ, ਫਿਰ ਮੈਨੂੰ ਸਡਨਲੀ ਉਹਨਾਂ ਦਾ ਫੋਨ ਆਇਆ ਵੀ ਸਰਬਦੀਪ ਆਈ ਹੈਵ ਟੇਕਨ ਓਵਰ ਐਜ਼ DG ਪੰਜਾਬ। ਅੱਛਾ, ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਸਰ ਅਚਾਨਕ ਕਿਸ ਤਰ੍ਹਾਂ? ਨੋ ਇਟ ਇਜ਼ ਅ ਲੌਂਗ ਸਟੋਰੀ, ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। ਉਹ ਫਿਰ ਬਾਅਦ 'ਚ ਜਦੋਂ ਮੈਨੂੰ ਮਿਲੇ ਤਾਂ ਉਹਨਾਂ ਨੇ ਸਾਰੀ ਕਹਾਣੀ ਸੁਣਾਈ। ਅੱਛਾ, ਰਿਬੇਰੋ ਸਾਹਿਬ ਦੀ ਇੱਕ ਬੜੀ ਖੂਬੀ ਸੀ, ਇਹ ਬੜੇ ਪ੍ਰੋਫੈਸ਼ਨਲ ਜਿਹੇ ਅਫਸਰ ਸਨ ਜੀ। ਵੀ ਇਹਨਾਂ ਨੂੰ ਸਡਨਲੀ ਉੱਥੇ ਬੈਠਿਆਂ ਨੂੰ DG CRP ਲੱਗੇ ਸਨ। ਗੁਜਰਾਤ ਦੇ ਵਿੱਚ ਬੜੀ ਵੱਡੀ ਲਾਅ ਐਂਡ ਆਰਡਰ ਪ੍ਰੋਬਲਮ ਆ ਗਈ, ਪੁਲਿਸ ਫੋਰਸ ਨੇ ਸਟ੍ਰਾਈਕ ਕਰਤੀ। ਰਿਬੇਰੋ ਸਾਹਿਬ ਨੂੰ ਕੁਝ ਮਹੀਨਿਆਂ ਲਈ DG ਗੁਜਰਾਤ ਬਣਾ ਕੇ ਭੇਜ ਦਿੱਤਾ ਗਿਆ। ਇਹਨਾਂ ਨੇ DG ਗੁਜਰਾਤ ਬਣ ਕੇ ਉੱਥੋਂ ਦੀ ਪੁਲਿਸ ਦੀ ਐਜੀਟੇਸ਼ਨ ਕੰਟਰੋਲ ਕੀਤੀ, ਹਾਲਾਤ ਨੋਰਮਲਾਈਜ਼ ਕੀਤੇ। ਅੱਛਾ, ਉੱਥੇ ਕੰਮ ਕਰਦਿਆਂ ਹੋਇਆ ਫਿਰ ਜਦੋਂ ਕੁਛ ਮਹੀਨੇ ਨਿਕਲ ਗਏ, ਫਿਰ ਇਹਨਾਂ ਨੂੰ ਵਾਪਸ ਦਿੱਲੀ ਲਿਆ ਕੇ
ਤੇ ਐਡੀਸ਼ਨਲ ਉੱਥੇ ਸਪੈਸ਼ਲ ਸੈਕਟਰੀ ਹੋਮ ਉਹ ਲਾ ਦਿੱਤਾ ਗਿਆ। ਉੱਥੋਂ ਫਿਰ ਇਹਨਾਂ ਨੂੰ ਪੰਜਾਬ ਲਿਆਂਦਾ ਗਿਆ। ਤੇ ਮਤਲਬ ਇਹ ਜਦੋਂ ਇਹ ਡੀਜੀ ਲੱਗੇ ਉਸ ਟਾਈਮ ਬਲੈਕ ਥੰਡਰ 1 ਚੱਲ ਰਿਹਾ ਸੀ, ਸ਼ੁਰੂ ਹੋ ਚੁੱਕਾ ਸੀ? ਹੋਇਆ ਨਹੀਂ ਸੀ, ਉਹ 2 ਮਹੀਨਾ ਪਹਿਲਾਂ ਅੱਛਾ ਜੀ। ਆ ਗਏ। ਤੇ ਜਦੋਂ ਇੱਥੇ ਆਏ ਤਾਂ ਇਹਨਾਂ ਨੂੰ ਸਾਰੇ ਹਾਲਾਤ ਦੀ ਜਾਂ ਸਾਰੀ ਕਲਪਨਾ ਦਿੱਤੀ ਗਈ ਤੇ ਇਹਨਾਂ ਨੂੰ ਦੱਸਿਆ ਸੀ ਵੀ ਇਹ ਪੰਥਕ ਕਮੇਟੀ ਕੁਝ ਵੀ ਕਰ ਸਕਦੀ ਹੈ ਜੀ। ਤੇ ਉਹ ਐਗਰੀ ਕਰਦੇ ਸਨ ਵੀ ਸਾਨੂੰ ਕੋਈ ਕਰਨਾ ਚਾਹੀਦਾ, ਪਰ ਜੇਕਰ ਸਰਕਾਰ ਹਾਲੇ ਕੁਝ ਵੀ ਕਰਨ ਦੇ ਹੱਕ 'ਚ ਨਹੀਂ ਹੈ ਤੇ ਸਾਨੂੰ ਜਿਵੇਂ ਸਰਕਾਰ ਕਹਿ ਰਹੀ ਉਸ ਤਰ੍ਹਾਂ ਕੰਮ ਕਰਨਾ ਪਏਗਾ। ਅੱਛਾ, 29 ਅਪ੍ਰੈਲ ਨੂੰ ਮੈਂ ਕੋਈ ਕਿਸੇ ਪਾਸੇ ਮੰਡ ਦੇ ਇਲਾਕੇ 'ਚ ਐਨਕਾਊਂਟਰ ਚੱਲ ਰਿਹਾ ਸੀ, ਫਾਇਰਿੰਗ ਹੋ ਰਹੀ ਸੀ, ਅਸੀਂ ਉੱਥੇ ਬਿਜ਼ੀ ਸਾਂ। ਸਡਨਲੀ ਮੈਨੂੰ ਹੈੱਡਕੁਆਟਰ ਤੋਂ ਮੈਸੇਜ ਆਇਆ ਵੀ ਜਲਦੀ ਵਾਪਸ ਆਓ ਜੀ। ਅੱਛਾ, ਮੈਂ ਦੱਸਿਆ ਵੀ ਨਹੀਂ ਇੱਥੇ ਹਾਲਾਤ ਇਹੋ ਜਿਹੇ ਨੇ, ਮੈਂ ਵਾਪਸ ਨਹੀਂ ਆ ਸਕਦਾ। ਤੇ ਉਹ ਕਹਿਣ ਲੱਗੇ ਵੀ ਇੱਥੋਂ ਮੈਸੇਜ ਡੀਐਮ ਵੱਲੋਂ ਇਹ ਆਇਆ ਵੀ ਪੰਥਕ ਕਮੇਟੀ ਨੇ ਖਾਲਿਸਤਾਨ ਦੀ ਡਿਕਲੇਰੇਸ਼ਨ ਕਰ ਦਿੱਤੀ ਹੈ ਵੀ ਖਾਲਿਸਤਾਨ ਅਸੀਂ ਬਣਾਤਾ, ਵੀ ਖਾਲਿਸਤਾਨ ਡਿਕਲੇਅਰ ਕਰਤਾ। ਅੱਛਾ, ਮੈਂ ਬਾਈ ਚਾਂਸ ਉਸ ਇਸ਼ੂ ਦੇ ਉੱਤੇ ਕੁਝ ਹਫ਼ਤੇ ਪਹਿਲਾਂ ਹੀ ਇੱਕ ਰਿਟਨ ਰਿਪੋਰਟ ਭੇਜੀ ਸੀ ਵੀ ਆਹ ਹੋਏਗਾ ਆਉਣ ਵਾਲੇ ਦਿਨਾਂ 'ਚ, ਵੀ ਮੈਨੂੰ ਆ ਇੰਟੈਲੀਜੈਂਸ ਰਿਪੋਰਟਸ ਆਈਆਂ। ਅੱਛਾ, ਪਰ ਮੇਰੇ ਨਾਲ ਬਹੁਤੇ ਆਫੀਸ਼ੀਅਲ ਸੋਰਸਿਸ ਜਿਹੜੇ ਸੀ ਐਗਰੀ ਨਹੀਂ ਕੀਤੇ ਵੀ ਗੱਲ ਸਹੀ ਨਹੀਂ ਹੋ ਸਕਦੀ। ਤੁਹਾਡੀ ਰਿਪੋਰਟ ਉਸ ਵੇਲੇ ਮੰਨੀ ਨਹੀਂ ਗਈ ਭਾਵ? ਹਾਂ, ਉਹ ਚੱਲਦਾ ਰਹਿੰਦਾ ਕਿਉਂਕਿ ਕਈ ਵਾਰੀ ਤੁਸੀਂ ਜਦੋਂ ਭੇਜਦੇ ਹੋ ਹਰ ਚੀਜ਼ ਉਹਦੇ 'ਚ ਸਾਬਤ ਬਾਅਦ 'ਚ ਨਹੀਂ ਹੁੰਦੀ, ਪਹਿਲਾਂ ਨਹੀਂ ਕਰ ਸਕਦੇ ਵੀ ਜੀ ਨਹੀਂ। ਅਤੇ ਉਹ ਪ੍ਰੀਵੈਂਟਿਵ ਹੈ, ਉਹਦੇ 'ਚ ਲੈਣਾ ਸ਼ਾਇਦ ਉਹਨਾਂ ਸੌਖਾ ਵੀ ਨਹੀਂ ਹੋਏਗਾ, ਕਿਉਂਕਿ ਸਭ ਦਾ ਖਿਆਲ ਸੀ ਵੀ ਇੱਦਾਂ ਦਾ ਡਰਾਸਟਿਕ ਸਟੈਪ ਪੰਥਕ ਕਮੇਟੀ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਨਹੀਂ ਲੈਣਗੀਆਂ। ਅੱਛਾ, ਜਦੋਂ ਇਹ ਹੋ ਗਿਆ ਤਾਂ ਇਹਨਾਂ ਨੇ ਕਿਹਾ, ਮੈਂ ਇਹਨੂੰ ਦੱਸਿਆ ਵੀ ਦੇਖੋ ਵੀ ਇਹ ਤੁਹਾਨੂੰ ਮੈਂ ਬਹੁਤ ਪਹਿਲਾਂ ਦੱਸ ਦਿੱਤਾ ਸੀ ਵੀ ਇਹ ਹੋਣਾ ਹੈ। ਅਤੇ ਦੂਸਰੀ ਗੱਲ ਹੈ ਵੀ ਇਹਨਾਂ ਦੇ ਕਹਿਣ ਦੇਣ ਨਾਲ ਕੁਝ ਹੋ ਨਹੀਂ ਜਾਂਦਾ। ਉਹਨਾਂ ਨੇ ਜੋ ਉਹਨਾਂ ਦੇ ਮਨ 'ਚ ਸੀ ਕਹਿ ਦਿੱਤੀ ਗੱਲ, ਅਤੇ ਮੈਂ ਮੁਕਾ ਕੇ ਆਉਣਾ। ਫਿਰ ਮੈਂ ਉੱਥੋਂ ਮੁਕਾ ਕੇ ਆਇਆ, ਮੈਂ ਰਵਿਸ਼ੰਦਰ ਨੂੰ ਮਿਲਿਆ ਅਤੇ ਮੈਂ ਉਹਨੂੰ ਦੱਸਿਆ ਕਿ ਦੇਖੋ ਇਸ ਤਰ੍ਹਾਂ ਵੀ ਜੋ ਹਾਲਾਤ ਨੇ ਆਪਾਂ ਉਹਨੂੰ ਫੇਸ ਕਰੀਏ, ਉਹਦੇ 'ਚ ਆਪਾਂ ਬਹੁਤਾ ਇਮੈਜਿਨ ਨਾ ਕਰੀਏ ਆਹ ਹੋ ਗਿਆ ਆਹ ਹੋ ਗਿਆ। ਉਸ ਰਾਤ ਨੂੰ ਫਿਰ ਅਚਾਨਕ ਲੇਟ ਐਟ ਨਾਈਟ ਸਾਨੂੰ ਬੁਲਾਇਆ ਗਿਆ ਏਅਰਪੋਰਟ 'ਤੇ ਆਓ। ਅਸੀਂ ਗਏ ਅਤੇ ਉੱਥੇ ਦਿੱਲੀ ਤੋਂ ਬਰਨਾਲਾ ਸਾਹਿਬ CM ਵੀ ਆਏ ਹੋਏ ਸੀ, ਕੁਝ ਹੋਰ ਸੀਨੀਅਰ ਲੀਡਰਸ ਆਏ ਹੋਏ ਸੀ, ਕੁਝ ਸੈਂਟਰਲ ਫੋਰਸਿਸ ਦੇ ਵੀ ਆਏ ਹੋਏ ਸੀ। ਅੱਛਾ, ਮੈਂ ਸਭ ਨੂੰ ਦੱਸਿਆ ਕਿ ਸਰ ਮੈਂ ਤਾਂ ਦੇਖੋ ਆਹੀ ਚੀਜ਼ ਤੁਹਾਨੂੰ ਸਭ ਨੂੰ ਦੱਸੀ ਸੀ ਅਤੇ ਆਹੀ ਸਿਚੁਏਸ਼ਨ ਪ੍ਰੀਵੈਂਟ ਕਰਨ ਵਾਲੀ ਸੀ, ਪਰ ਕੋਈ ਨਹੀਂ, ਹੁਣ ਕੀ ਹੋ ਗਿਆ, ਹੈਂਡਲ ਕਰਾਂਗੇ। ਕੇਸ ਰਜਿਸਟਰ ਅਸੀਂ ਕਰ ਲਿਆ ਅਤੇ ਉਹ ਕੇਸ ਰਜਿਸਟਰ ਕਰਕੇ ਅਤੇ ਅਸੀਂ ਹੁਣ ਅੱਗੇ ਕਾਰਵਾਈ ਕਰਾਂਗੇ। ਜਿਹੜੇ ਬੰਦੇ ਹੈਗੇ ਸੀ ਉਹਨਾਂ ਨੂੰ ਫੜਾਂਗੇ। ਅਤੇ ਉਹ ਸਾਰੇ ਕਹਿਣ ਵੀ ਨਹੀਂ ਅਸੀਂ ਕੋਈ ਆਪਰੇਸ਼ਨ ਕਰਨਾ ਦਰਬਾਰ ਸਾਹਿਬ ਦੇ ਅੰਦਰ, ਹੁਣ ਕਰਾਂਗੇ ਜਿੱਥੇ ਇਹਨਾਂ ਨੇ ਕੀਤਾ। ਅੱਛਾ, ਮੈਂ ਦੱਸਿਆ ਜੀ ਵੀ ਅਸੀਂ ਸਾਰਾ ਪਤਾ ਕੀਤਾ, ਉਹ ਸਾਰੇ ਮੁੰਡੇ ਚਲੇ ਗਏ ਨੇ। ਆਪਰੇਸ਼ਨ ਤੋਂ ਭਾਵ ਕੀ ਸੀ? ਬਲੂ ਸਟਾਰ ਵਾਂਗੂ ਹੀ? ਨਹੀਂ, ਆਪਰੇਸ਼ਨ ਮਤਲਬ ਵੀ ਅਸੀਂ ਕੋਈ ਕਾਰਵਾਈ ਇਹੋ ਜਿਹੀ ਕਰਾਂਗੇ ਵੀ ਜਿਹੜੇ ਬੰਦਿਆਂ ਨੇ ਅਨਾਊਂਸਮੈਂਟ ਕੀਤੀ ਹੈ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਦੱਸਿਆ ਜੀ ਵੀ ਉਹ ਸਾਰੇ ਜਾ ਚੁੱਕੇ ਨੇ, ਅਸੀਂ ਚੈੱਕ ਕਰਾ ਲਿਆ। ਉਹਨਾਂ ਨੇ ਅਨਾਊਂਸਮੈਂਟ ਕੀਤੀ ਤਾਂ ਨਿਕਲ ਗਏ। ਅੱਛਾ, ਹੁਣ ਇਹ ਸੀ ਵੀ ਅਸੀਂ ਭਾਵੇਂ ਉਹ ਨਿਕਲ ਗਏ ਨੇ ਪਰ ਕੁਛ ਨਾ ਕੁਛ ਦਿਖਾਉਣ ਲਈ ਕਰਨਾ ਹੈ ਆਪਰੇਸ਼ਨ, ਤੇ ਅੰਦਰ ਚੈੱਕਅਪ ਜ਼ਰੂਰ ਕਰੀਏ। ਉਹ ਫਿਰ ਅਗਲੇ ਦਿਨ ਲਈ ਆਪਰੇਸ਼ਨਲ ਪਲਾਨ ਬਣਾਈ ਗਈ ਅਤੇ ਉਹਦਾ ਦਰਬਾਰ ਸਾਹਿਬ ਦਾ ਜਿਹੜਾ ਸਰਾਵਾਂ ਵਾਲਾ ਹਿੱਸਾ ਸੀ, ਇਹ 4 ਵਜੇ ਅਸੀਂ ਪੰਜਾਬ ਪੁਲਿਸ ਲੈ ਕੇ ਉੱਥੇ ਚਲੇ ਗਏ। ਸਰਾਂ, ਗੁਰੂ ਨਾਨਕ ਨਿਵਾਸ, ਦਫ਼ਤਰ, ਉਹ ਸਾਰਿਆਂ ਦੀ ਤਲਾਸ਼ੀ ਵਗੈਰਾ ਲਈ। ਜਿਹੜੇ ਕੋਈ ਮੁੰਡੇ ਸਾਨੂੰ ਲੱਭੇ ਯੰਗ, ਉਹਨਾਂ ਨੂੰ ਵੈਰੀਫਾਈ ਕਰਨ ਲਈ ਫੜ ਲਿਆ ਗਿਆ ਅਤੇ ਉਹ ਸਾਰੇ ਕਈ ਮੁੰਡੇ ਭੱਜ ਕੇ ਅੰਦਰ ਚਲੇ ਗਏ। ਅਸੀਂ ਬਲੌਕ ਕੀਤੇ ਹੋਏ ਸੀ ਸਾਰੇ ਰਸਤੇ। ਸ਼ਾਮ ਨੂੰ ਜਦੋਂ ਹਨੇਰਾ ਪੈ ਗਿਆ ਉਸ ਤੋਂ ਬਾਅਦ ਫਿਰ ਸੈਂਟਰਲ ਫੋਰਸਿਸ ਕੋਈ ਆਈਆਂ, NSG ਵਗੈਰਾ, ਅਤੇ ਇਹਨਾਂ ਨੇ ਆ ਕੇ ਉਹ ਆਪਰੇਸ਼ਨ ਬਲੈਕ ਥੰਡਰ 1 ਜਿਹੜਾ ਸੀ ਉਹ ਕੈਰੀ ਆਊਟ ਕੀਤਾ ਹਨੇਰੇ 'ਚ। ਫਾਇਰਿੰਗ ਕੋਈ ਨਹੀਂ ਕੀਤੀ ਉਹਨਾਂ ਨੇ। ਜਿਹੜੀਆਂ ਤੁਸੀਂ ਗ੍ਰੇਨੇਡਸ ਹੁੰਦੇ ਨੇ ਨਾ, ਉਹ 2 ਤਰ੍ਹਾਂ ਦੇ ਹੁੰਦੇ, ਇੱਕ ਤਾਂ ਜਿਹੜੇ ਚੱਲਦੇ ਨੇ ਅਤੇ ਫਟਦੇ ਨੇ, ਇੱਕ ਹੁੰਦਾ ਜਿਹੜੇ ਸਿਰਫ ਆਵਾਜ਼ ਕਰਦੇ ਆ। ਇਹਨਾਂ ਨੇ ਸਿਰਫ ਅੰਦਰ ਗੋਲੀਆਂ ਆਉਂਦੀਆਂ ਨੇ ਕਿ ਨਹੀਂ, ਇਹਨਾਂ ਨੇ ਉਹ
ਸਟਨ ਆਵਾਜ਼ ਵਾਲੇ ਸਾਰੇ ਕੀਤੇ, ਉਹੀ ਗੋਲੀਆਂ ਚਲਾਈਆਂ, ਉਹੀ ਗ੍ਰਨੇਡ ਚਲਾਏ, ਪਰ ਅੰਦਰੋਂ ਕੋਈ ਫਾਇਰਿੰਗ ਨਹੀਂ ਆਈ। ਰਿਪਲਾਈ ਨਹੀਂ ਆਇਆ ਜੀ। ਇਹ ਫਿਰ 4-5 ਵਜੇ ਤੱਕ ਇਹਨਾਂ ਨੇ ਉੱਥੇ ਆਪਰੇਟ ਕੀਤਾ ਸਵੇਰ ਤੱਕ। ਫਿਰ ਇਹ ਚਲੇ ਗਏ ਡੇ ਬ੍ਰੇਕ ਤੋਂ ਪਹਿਲਾਂ। ਅਤੇ ਉੱਥੇ ਫਿਰ ਹੈਂਡਲ ਕਰਨ ਲਈ DC ਉਸ ਵੇਲੇ ਹੈਗੇ ਸਨ ਸਰਦਾਰ ਰਮੇਸ਼ਿੰਦਰ ਸਿੰਘ, SSP ਮੈਂ ਸਾਂ। ਅੱਛਾ, ਮੈਂ ਉਹਨਾਂ ਨੂੰ ਦੱਸਿਆ ਕਿ ਦੇਖੋ ਹੈਂਡਲ ਸਾਨੂੰ ਕਰਨਾ ਪੈਣਾ ਹੈ ਅਤੇ ਆਪਾਂ ਇਹਦੇ 'ਚ ਕੋਈ ਬਹੁਤਾ ਕੁਟਾਈ ਨਾ ਕਰੀਏ, ਆਪਾਂ ਸਿੱਧੇ ਅੰਦਰ ਚਲੀਏ। ਅਸੀਂ ਅਨਾਊਂਸਮੈਂਟ ਕੀਤੀ ਕਿ ਅਸੀਂ ਮੁੰਡੇ ਜਿੰਨੇ ਯੰਗ ਬਲੱਡ ਸੀ ਇਹ ਸਾਰੇ ਪਰਿਕਰਮਾ 'ਚੋਂ ਦਰਬਾਰ ਸਾਹਿਬ ਦੇ ਅੰਦਰ ਚਲੇ ਗਏ ਸੀ। ਅੰਦਰ ਜਾ ਕੇ ਇਹ ਅੰਦਰੋਂ ਜਕਾਰੇ ਵਗੈਰਾ ਛੱਡ ਰਹੇ ਸੀ। ਅਸੀਂ ਲਾਊਡ ਸਪੀਕਰ 'ਤੇ ਕਿਹਾ ਵੀ ਮੈਂ ਅਤੇ DC ਦੋਨੋਂ ਅੰਦਰ ਆ ਰਹੇ ਹਾਂ ਅਤੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਅਤੇ ਤੁਸੀਂ ਸਾਰੇ ਬਾਹਰ ਆ ਜਾਓ ਅਤੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ। ਅਸੀਂ ਤੁਹਾਨੂੰ ਫੜ ਕੇ ਵੈਰੀਫਾਈ ਕਰਾਂਗੇ ਅਤੇ ਬਾਅਦ ਵਿੱਚ ਜੇਕਰ ਕੋਈ ਹੋਏਗਾ ਕੇਸ ਅਤੇ ਉਹਨੂੰ ਕੇਸ 'ਚ ਅਰੈਸਟ ਕਰਾਂਗੇ, ਬਾਕੀ ਉਹਨੂੰ ਛੱਡ ਦਿਆਂਗੇ ਜੀ। ਅੱਛਾ, ਉਹ ਕਹਿੰਦੇ ਤੁਸੀਂ ਡਿਊਟੀ ਤੱਕ ਆਓ। ਅੱਛਾ, ਮੈਂ ਅਤੇ ਰਮੇਸ਼ਿੰਦਰ ਅਸੀਂ ਦੋਨੋਂ ਡਿਊਟੀ ਤੱਕ ਚਲੇ ਗਏ। ਅੱਛਾ, ਨਿਹੱਥੇ ਆਓ, ਮੈਂ ਆਪਣਾ ਪਿਸਤੌਲ ਪਾਇਆ ਸੀ, ਮੈਂ ਪਿਸਤੌਲ ਵੀ ਬਾਹਰ ਛੱਡ ਦਿੱਤਾ। ਅਸੀਂ ਚਲੇ ਗਏ ਅੰਦਰ। ਫੈਡਰੇਸ਼ਨ ਵਾਲੇ ਮੁੰਡੇ ਵੀ ਆ ਗਏ ਬਾਹਰ, ਉੱਥੇ ਅਸੀਂ ਗੱਲ ਕੀਤੀ। ਅਤੇ ਮੈਂ ਅਕਸਰ ਦੇਖਿਆ ਵੀ ਜਦੋਂ ਵੀ ਫੈਡਰੇਸ਼ਨ ਵਾਲਿਆਂ ਨਾਲ ਗੱਲ ਕਰੋ ਅਤੇ ਜੇਕਰ ਤੁਸੀਂ ਨੋਰਮਲ ਗੱਲ ਕਰਦੇ ਹੋ, ਕੋਈ ਇੱਕ ਅੱਧਾ ਮੁੰਡਾ 10 'ਚ ਗੁੱਸੇ ਵਾਲਾ ਹੋਏਗਾ, ਬਾਕੀ ਜਿਹੜੇ ਜ਼ਿਆਦਾ ਮੈਜੋਰਿਟੀ ਹੁੰਦੀ ਸੀ ਉਹ ਮੁੰਡੇ ਗਲਤ ਨਹੀਂ ਸਨ। ਵੀ ਉਹ ਤੁਹਾਡੇ ਨਾਲ ਠੀਕ ਹੈ ਆਪਣੀ ਕਮਿਟਮੈਂਟ ਦੇ ਉੱਤੇ ਪੱਕੇ ਹੋਣਗੇ, ਪਰ ਉਹ ਜੋ ਤੁਸੀਂ ਕਹਿੰਦੇ ਸੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸੀ। ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਦਰ ਘਿਰੇ ਹੋ ਅਤੇ ਬਾਹਰ ਆ ਜਾਓ, ਸਰੈਂਡਰ ਕਰ ਦਿਓ, ਜਿਹੜੇ ਤੁਸੀਂ ਬੇਕਸੂਰ ਹੋਵੋਗੇ ਅਸੀਂ ਛੱਡ ਦਿਆਂਗੇ, ਜਿਹੜੇ ਕਿਸੇ ਚੀਜ਼ 'ਚ ਕਸੂਰਵਾਰ ਪਾਏ ਜਾਣਗੇ ਜਾਂ ਪੁਰਾਣੇ ਕਿਸੇ ਕਤਲ ਦੇ ਕੇਸ ਹੈਗੇ ਉਹਨਾਂ ਨੂੰ ਅਸੀਂ ਫੜਾਂਗੇ, ਬਾਕੀਆਂ ਨੂੰ ਛੱਡ ਦਿਆਂਗੇ। ਅੱਛਾ, ਉਹ ਫਿਰ ਕਹਿੰਦੇ ਜੀ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ। ਅੱਛਾ, ਇਹਨਾਂ ਦੀ ਗਿਣਤੀ ਕਿੰਨੀ ਸੀ? 200 ਦੇ ਕਰੀਬ? 300 ਹੋਣੇ, 300-400 ਹੋਣਾ। ਇਹ ਫਿਰ ਕਹਿਣ ਲੱਗੇ ਵੀ ਅਸੀਂ ਵੀ ਤੁਹਾਡੇ 'ਤੇ ਵਿਸ਼ਵਾਸ ਕਿਵੇਂ ਕਰੀਏ, ਤੁਸੀਂ ਕੋਈ ਧਾਰਮਿਕ ਸ਼ਖਸੀਅਤ ਨੂੰ ਲਿਆਓ। ਅਸੀਂ ਕਿਹਾ ਵੀ ਤੁਹਾਡਾ ਕਿਹਦੇ 'ਤੇ ਵਿਸ਼ਵਾਸ ਹੈ। ਉਸ ਵੇਲੇ ਉੱਥੇ ਜਥੇਦਾਰ ਪੰਥਕ ਕਮੇਟੀ ਵੱਲੋਂ ਲਾਏ ਹੋਏ ਸਨ ਗੁਰਦੇਵ ਸਿੰਘ ਕੌਂਕੇ। ਅੱਛਾ, ਫਿਰ ਉੱਥੇ ਹੈੱਡ ਗ੍ਰੰਥੀ ਸਨ ਗਿਆਨੀ ਪੂਰਨ ਸਿੰਘ ਜੀ। ਅੱਛਾ, ਮੈਂ ਜੋ ਦੇਖਿਆ ਕਿ ਸਾਰੇ ਨੌਜਵਾਨ ਜਿਹੜੇ ਮੁੰਡੇ ਸੀ ਇਹ ਉਹਨਾਂ 'ਤੇ ਬੜਾ ਵਿਸ਼ਵਾਸ ਕਰਦੇ ਸੀ, ਦੋਨਾਂ ਸ਼ਖਸੀਅਤਾਂ ਦੇ। ਇਹ ਫਿਰ ਕਹਿਣ ਲੱਗੇ ਜੀ ਗਿਆਨੀ ਪੂਰਨ ਸਿੰਘ ਹੋਰਾਂ ਨਾਲ ਜੇ ਤੁਸੀਂ ਉਹ ਆ ਕੇ ਸਾਨੂੰ ਗੱਲ ਕਰਨ ਤਾਂ ਅਸੀਂ ਉਹਨਾਂ ਦੇ ਲਫ਼ਜ਼ ਨੂੰ ਮੰਨਾਂਗੇ। ਫਿਰ ਅਸੀਂ ਗਿਆਨੀ ਜੀ ਨੂੰ ਉਹਦੇ ਘਰ ਗਏ, ਉਹਨਾਂ ਨੂੰ ਕਿਹਾ। ਅੱਛਾ, ਗਿਆਨੀ ਜੀ ਬੜੇ ਫੇਅਰ ਇਨਸਾਨ ਸਨ, ਮਤਲਬ ਨਾ ਉਹ ਨਾ ਸਾਡੀ ਸਾਈਡ ਲੈਂਦੇ ਸੀ ਨਾ ਉੱਧਰ ਦੀ। ਹਾਂ, ਵੀ ਕਿਸੇ ਤਰ੍ਹਾਂ ਪ੍ਰੋਬਲਮ ਹੱਲ ਹੋ ਜਾਵੇ ਉਹ ਇਸ ਤਰ੍ਹਾਂ ਚੱਲਦੇ ਸੀ। ਉਸ ਦਿਨ DC ਤੇ SSP ਨੰਗੇ ਪੈਰੀ ਘੁੰਮਦੇ ਰਹੇ ਸੀਗੇ? ਨਹੀਂ ਚੱਲਦਾ, ਦੇਖੋ ਬੜੀ ਵਾਰੀ ਘੁੰਮਣਾ ਪੈਂਦਾ। ਦੇਖੋ ਕੀ ਹੁੰਦਾ, ਹਾਲਾਤ ਕਾਬੂ ਤੋਂ ਬਾਹਰ ਨਾ ਹੋਣ ਉਹਦੇ ਲਈ ਜੇਕਰ ਤੁਹਾਨੂੰ 5-10 ਘੰਟੇ ਜਾਂ 5-7 ਦਿਨ ਵੀ ਨੰਗੇ ਪੈਰੀ ਫਿਰਨਾ ਪਏ ਤਾਂ ਕੋਈ ਵੱਡੀ ਚੀਜ਼ ਨਹੀਂ ਹੁੰਦੀ। ਦੇਖੋ ਸਮਾਜ ਦੇ ਅੰਦਰ ਸੁੱਖ ਸ਼ਾਂਤੀ ਵਰਤਦੀ ਰਵੇ ਅਤੇ ਉਹਦੇ ਲਈ ਥੋੜ੍ਹੀ ਜਿਹੀ ਤਕਲੀਫ ਜਿਹੜੇ ਅਫਸਰ ਨੇ ਉਹ ਝੱਲ ਲੈਣ, ਉਹਦੇ 'ਚ ਕੋਈ ਗਲਤ ਨਹੀਂ ਹੈ। ਅੱਛਾ, ਉਹ ਫਿਰ ਗਿਆਨੀ ਜੀ ਨਾਲ ਗੱਲ ਹੋਈ। ਫਿਰ ਇਹਨੇ ਥੋੜ੍ਹੇ ਜਿਹੇ ਮੁੰਡੇ ਰੈਸਟਲੈਸ ਹੋ ਰਹੇ ਸੀ, ਫਿਰ ਗਏ। ਫਿਰ ਗਿਆਨੀ ਜੀ ਆਏ, ਉਹਨਾਂ ਨੇ ਇਹਨਾਂ ਨੂੰ ਸਮਝਾਇਆ ਵੀ ਕਾਕਾ ਤੁਸੀਂ ਸਾਰੇ ਆ ਕੇ ਤੁਸੀਂ ਅਰੈਸਟ ਹੋ ਜਾਓ, ਸਰੈਂਡਰ ਕਰ ਦਿਓ ਅਤੇ ਉਹ ਤੁਹਾਨੂੰ ਇੱਕ ਵਾਰੀ ਲੈ ਜਾਣਗੇ, ਜਾ ਕੇ ਵੈਰੀਫਾਈ ਕਰਕੇ ਛੱਡ ਦੇਣਗੇ ਜਾਂ ਫੜ ਲੈਣਗੇ ਅਤੇ ਕਿਸੇ ਨਾਲ ਧੋਖਾ ਨਹੀਂ ਹੋਏਗਾ। ਫਿਰ ਆਪਣਾ ਜਥੇਦਾਰ ਅਕਾਲ ਤਖਤ ਸਨ ਸਾ ਗੁਰਦੇਵ ਸਿੰਘ, ਇਹ ਵੀ ਆ ਗਏ ਨਾਲ, ਇਹਨਾਂ ਨੇ ਵੀ ਗ੍ਰਿਫਤਾਰੀ ਦਿੱਤੀ। ਅਤੇ ਮੇਰੇ ਖਿਆਲ ਹੈ 12-1 ਵਜੇ ਤੱਕ ਅਸੀਂ ਸਾਰਾ ਹਾਲਾਤ ਕੰਟਰੋਲ ਹੋ ਗਏ ਸੀ। ਸਮਝੋ ਪਹਿਲੀ ਮਈ ਨੂੰ ਅਸੀਂ ਦੁਪਹਿਰ ਤੱਕ ਅਸੀਂ ਸਾਰਾ ਕੁਝ ਕੰਟਰੋਲ ਕਰਕੇ ਮੁੰਡੇ ਬਾਹਰ ਆ ਗਏ ਸੀ ਅਤੇ ਸਾਰਾ ਕੁਝ ਖਤਮ ਹੋ ਗਿਆ ਸੀ।
ਤੇ ਇਹ ਉਸ ਤੋਂ ਬਾਅਦ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਜੀ, ਕੋਈ ਇੱਕ ਬੰਦਾ ਵੀ ਨਹੀਂ ਕੋਈ ਮੌਤ ਹੋਈ? ਇਹਦੇ 'ਚ NSG ਦੇ ਆਪਰੇਸ਼ਨ ਦੇ ਵਿੱਚ ਜਿਹੜਾ ਕਿ ਹਨੇਰੇ 'ਚ ਕੰਡਕਟ ਕੀਤਾ ਗਿਆ ਸੀ, ਉੱਥੇ ਰਹਿਣ ਵਾਲਾ ਕੋਈ ਇੱਕ ਗਰੀਬ ਅੰਨਾ ਬੰਦਾ ਉਹ ਭੱਜਿਆ ਸੀ, ਜਿਹਦੇ ਉੱਤੇ ਗੋਲੀ ਚਲਾਈ ਤੇ ਉਹ ਬੰਦਾ ਮਾਰਿਆ ਗਿਆ ਸੀ। ਇੰਨਾ ਕੁ ਮੈਨੂੰ ਯਾਦ ਹੈ, ਵੇਗ ਜਿਹਾ। ਤੇ ਇੱਕ ਬੰਦਾ ਮਰਿਆ ਸੀ ਜਿਹੜਾ ਬੇਕਸੂਰ ਸੀ ਔਰ ਜਿਹਦਾ ਕੋਈ ਦੋਸ਼ ਨਹੀਂ ਸੀ। ਉਹ ਕੋਈ ਫੈਡਰੇਸ਼ਨ ਦੇ ਨਾਲ ਨਹੀਂ ਸੀ, ਕਿਸੇ ਦੇ ਨਾਲ ਨਹੀਂ ਸੀਗਾ, ਉਹ ਕਿਸੇ ਨਾਲ ਟੋਟਲੀ ਇਨੋਸੈਂਟ। ਟੋਟਲੀ ਇਨੋਸੈਂਟ, ਔਰ ਉਹ ਮਤਲਬ ਰਿਲੇਟਡ ਵੀ ਨਹੀਂ ਸੀ। ਦੇਖੋ ਰਾਤੀ ਜਦੋਂ ਇਹ ਬੜੇ ਨੇ ਇਹ ਵੀ ਅਨਾਉਂਸ ਕੀਤਾ ਸੀ ਵੀ ਬਾਹਰ ਆ ਜਾਓ। ਸ਼ਾਇਦ ਉਹ ਵਿਚਾਰਾ ਡਿਸੇਬਲਡ ਹੋਣ ਕਰਕੇ ਬਾਹਰ ਨਹੀਂ ਆ ਸਕਿਆ ਤੇ ਡਰਿਆ ਵੀ ਹੋਏਗਾ। ਅਚਾਨਕ ਕਿਤੇ ਭੱਜਿਆ ਖੜਾਕ ਸੁਣ ਕੇ। ਅੱਛਾ, ਉਧਰੋਂ ਹਨੇਰੇ ਦੇ ਅੰਦਰ ਮੈਂ ਵੀ ਕੋਈ ਅੱਗੇ ਕਿਸੇ ਨੇ ਫਾਇਰ ਕੀਤਾ ਤੇ ਉਹ ਮਾਰਿਆ ਗਿਆ। ਮਤਲਬ ਕੀ ਕਹਿ ਸਕਦੇ ਸਰ, ਬਲੈਕ ਥੰਡਰ 1 ਬੜਾ ਸੌਖਾ ਕੰਟਰੋਲ ਹੋ ਗਿਆ ਸੀ ਗੱਲੀ ਬਾਤੀ? ਦੇਖੋ ਇੱਦਾਂ ਹੁੰਦਾ ਹੈ, ਹਾਲਾਤ ਹੁੰਦੇ ਆ। ਜੇ ਤੁਸੀਂ ਮਤਲਬ ਤੁਹਾਡੀ ਕਮਿਊਨੀਕੇਸ਼ਨ ਠੀਕ ਹੈ, ਤੁਹਾਡੇ ਤੇ ਤੁਸੀਂ ਉਹਨਾਂ 'ਤੇ ਵਿਸ਼ਵਾਸ ਕਰ ਰਹੇ ਹੋ, ਤੁਹਾਡੇ 'ਤੇ ਵਿਸ਼ਵਾਸ ਕਰ ਰਹੇ ਆ, ਤੇ ਉਹ ਫਿਰ ਬੜੇ ਹਾਲਾਤ ਠੀਕ ਹੋ ਜਾਂਦੇ ਆ। ਤੁਸੀਂ ਜੇਕਰ ਤੁਸੀਂ ਐਸੀ ਸੋਚ ਕੇ ਲੜੋ ਕਿ ਅਸੀਂ ਦੁਸ਼ਮਣ ਨਾਲ ਲੜ ਰਹੇ ਹਾਂ, ਤੇ ਫਿਰ ਤੁਹਾਡੀ ਲੜਾਈ ਦੁਸ਼ਮਣ ਨਾਲ ਹੀ ਰਹਿੰਦੀ, ਆਪਣੇ ਬੰਦੇ ਨਾਲ ਨਹੀਂ। ਇੱਥੇ ਸਾਡੀ ਕੋਸ਼ਿਸ਼ ਕੀ ਸੀ, ਅੱਛਾ ਉਹ ਜਿਹੜੇ ਨੌਜਵਾਨ ਵੀ ਸਨ, ਕੌਣ ਸਨ? ਸਾਡੇ ਵਿੱਚੋਂ ਹੀ ਸਨ, ਆਪਣੇ ਪਿੰਡਾਂ ਦੇ ਮੁੰਡੇ ਨੌਜਵਾਨ, ਉਹਨਾਂ ਨੂੰ ਬੱਚੇ ਕਹਿ ਲਓ ਸਾਡੇ, ਜਾਂ ਸਾਡੇ ਛੋਟੇ ਭਰਾ ਕਹਿ ਲਓ, ਹੈ ਤੇ ਉਹੀ ਸਨ ਨਾ। ਅੱਛਾ, ਹੁਣ ਉਹਨਾਂ ਨਾਲ ਭਾਵੇਂ ਅਸੀਂ ਗੋਲੀ ਚਲਾਈ ਜਾਈਏ, ਭਾਵੇਂ ਉਹਨਾਂ ਨਾਲ ਪਿਆਰ ਨਾਲ ਸਮਝਾ ਕੇ ਕਾਕਾ ਇੱਦਾਂ ਨਹੀਂ, ਇੱਦਾਂ ਕਰੋ, ਸਾਡੇ 'ਤੇ ਵਿਸ਼ਵਾਸ ਰੱਖੋ, ਅਸੀਂ ਤੁਹਾਨੂੰ ਧੋਖਾ ਨਹੀਂ ਦਿਆਂਗੇ। ਔਰ ਉਹ ਜਦੋਂ ਵੀ ਉਹਨਾਂ ਨੇ ਮਤਲਬ ਮੈਂ ਦੇਖਿਆ, ਜਦੋਂ ਉਹਨਾਂ ਨੂੰ ਕਿਹਾ, ਉਹ ਬੜੀ ਵਾਰੀ ਐਗਰੀ ਕਰ ਜਾਂਦੇ ਸੀ ਮੁੰਡੇ। ਸੋ ਵਿਰਕ ਸਾਹਿਬ ਉਹਨਾਂ ਨੇ ਦੱਸਿਆ ਹੈ ਕਿ ਜਦੋਂ SSP ਅੰਮ੍ਰਿਤਸਰ ਸੀ ਤੇ ਬਲੈਕ ਥੰਡਰ 1 ਜਦੋਂ ਹੋਇਆ ਸੀਗਾ 29 ਅਪ੍ਰੈਲ ਨੂੰ ਸ਼ੁਰੂ ਹੋ ਗਿਆ ਸੀ ਰਾਤ ਨੂੰ, ਤੇ 1 ਮਈ ਤੱਕ ਸਾਰਾ ਕੰਟਰੋਲ ਕਰਕੇ ਮੁੰਡੇ ਸਰੈਂਡਰ ਵੀ ਕਰ ਗਏ ਸੀ। ਭਾਵ ਪੁਲਿਸ ਨੇ ਜੋਸ਼ ਨਾਲੋਂ ਘੱਟ ਹੋਸ਼ ਨਾਲ ਕੰਮ ਲਿਆ ਸੀ। ਸੋ ਵਿਰਕ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਹੋਰ ਨਵੀਆਂ ਅਪਡੇਟਸ ਦੇ ਲਈ ਦੇਖਦੇ ਰਹੋ ਸਕਰੋਲ ਪੰਜਾਬ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਸ਼ੁਕਰੀਆ।